गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं गुरबाणी गुरु विच गुरु साहिबानां ने, भगतां ने, संतां ने, गुरसिखां ने भेज दिता है कि जो मालक निरंकार परमात्मा ने ये खेल शुरू किया है अपने आपे तो ही। हुण जिन्ने भी जीव 84 लाख जून के रूप में मालक ने पैदा कीते, सारे उहदे विच ही ने ते उहदी जोत भी सब दे अंदर है ते सारे उहदे विच ही खेलदे ते सब नूं आपदी नज़र हेठ रखदा। कोई भी उहदी नज़र तो बाहर नहीं है। मारे फरमाउंदे सब नज़र ही अंदर रखदा, जेती सृष्टि सब कीती। जिन्नी भी सृष्टि पैदा की सब मालक की नज़र हेठ, कोई उहदी नज़र तो बाहर नहीं। समय समय मुताबिक फिर मालक जीवां दीयां जो लोड़ां, जो जरूरतां उन्हां दीयां पूरियां करते रहिंदे ने। जिवें आपां देखते हैं भी गर्मी पैंदी है, तपश हुंदी है, ते जीवां नूं फिर सुखी करने वास्ते जिवें आपां देखिया मीह पै जांदा है ते मारे दसदे फिर भी जीव जंत ने जिहड़े ਉਹ सुखी हो जाते। सतगुरु कहते मीह पिया परमेश्वर पाया, जी जंत सब सुखी वसाया। भी मीह पिया किने पाया? परमेश्वर ने, मालक ने। ते जिहड़े जीव तप रहे होंदे उन्हां नूं ठंड कर दिंदा, उन्हां नूं शांति लिया दिंदा। ते जिवें बच्चा हुंदा है, माँ प्यो उहनूं नभाउंदे नहलाउंदे, आपां देखदे हां पानी दे नाल। इसे तरह ही ये सारी वनस्पति, सारे जीव जंतु सब मालक दे बच्चे। ते जदों मीह पैंदा सब नूं नहला दिंदा। जिवें दरख्त आपां देखदे हां भी इधरों हवाई इधरों नहला दिता, इधरों इधर नहला दिता, ते सारिआं नूं नहला के आए सवार दिंदा, सब नूं निखार दिंदा है। सो इसलिए फिर ये मालक निरंकार परमात्मा के जो जीव ने वो सबनां दी सुणदा है, सबनां नूं आपदी नज़र हेठ रखदा।
ਇਸ ਲਈ ਫਿਰ ਕਹਿੰਦੇ ਬਈ ਸਾਰਾ ਉਹਦਾ ਹੀ ਮਾਲਕ ਦਾ ਹੀ ਇਹ ਖੇਲ ਹੈ, ਤੇ ਜਿਸ ਨੇ ਇਹ ਆਪਣੇ ਆਪੇ ਤੋਂ ਖੇਲ ਪ੍ਰਗਟ ਕੀਤਾ। ਆਓ ਹੁਣ ਜੋ ਆਪਾਂ ਪਿਛਲੇ ਕੁਝ ਸਮੇਂ ਤੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਆਪਾਂ ਨੂੰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸਮਝਾ ਰਹੇ, ਜੋ ਉਪਦੇਸ਼ ਦੇ ਰਹੇ, ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਇਹ ਸੁਖਮਨੀ ਸਾਹਿਬ ਦੇ ਉੱਤੇ ਵਿਚਾਰ ਕਰ ਰਹੇ ਹਾਂ। ਕੱਲ ਆਪਾਂ 10ਵੀਂ ਅਸ਼ਟਪਦੀ ਤੇ ਵਿਚਾਰ ਕਰ ਰਹੇ ਸੀ, 6 ਪਦਿਆਂ ਤੱਕ ਵਿਚਾਰ ਕੀਤੀ ਸੀ। ਇਸ ਤੋਂ ਅੱਗੇ 7ਵੇਂ ਪਦ ਵਿੱਚ ਮਹਾਰਾਜ ਜੋ ਆਪਾਂ ਨੂੰ ਦੱਸਦੇ ਵੀ ਮਾਲਕ ਨੇ ਕਿਵੇਂ ਜੀ ਪੈਦਾ ਕੀਤੇ, ਕਿੰਨੇ ਖੰਡ ਬ੍ਰਹਿਮੰਡ, ਇਹ ਸਭ ਦਾ ਆਪਾਂ ਨੂੰ ਭੇਦ ਦੇ ਰਹੇ। ਰਮਾਉਂਦੇ ਨੇ ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ। ਮਹਾਰਾਜ ਨੇ ਜੋ ਕਰੋੜਾਂ ਜੀਵ ਪੈਦਾ ਕੀਤੇ ਤੇ ਕਰੋੜਾਂ ਹੀ ਇਹ ਖੰਡ ਬ੍ਰਹਿਮੰਡ ਬਣਾਏ ਨੇ ਤੇ ਖਾਣੀਆਂ ਬਣਾਈਆਂ, ਕਰੋੜਾਂ ਹੀ ਇਹ ਖਾਣੀਆਂ ਨੇ। ਜਿਵੇਂ ਆਪਣਾ ਇਹ ਇੱਕ ਬ੍ਰਹਿਮੰਡ ਹੈ, ਇਹਦੇ ਉੱਤੇ ਜਿਹੜੇ ਜੀਵ ਪੈਦਾ ਕੀਤੇ, ਇਹ ਚਾਰਾਂ ਖਾਣੀਆਂ ਰਾਹੀਂ ਇਹ ਜੀਵ ਪੈਦਾ ਹੁੰਦੇ। ਜਿਵੇਂ ਮਹਾਰਾਜ ਕਹਿੰਦੇ ਅੰਡਜ, ਜੀਰਜ, ਸੇਤਜ, ਉਤਪੁਜ, ਬਈ ਇਹ 4 ਖਾਣੀਆਂ ਨੇ। ਕੁਝ ਜੀਵ ਅੰਡਿਆਂ ਤੋਂ ਪੈਦਾ ਹੁੰਦੇ, ਕੁਝ ਜੀਰ ਤੋਂ, ਕੁਝ ਸੇਤਜ ਜਿਵੇਂ ਪਸੀਨੇ ਤੋਂ ਪੈਦਾ ਹੁੰਦੇ, ਕੁਝ ਉਤਪੁਜ ਮਿੱਟੀ ਤੋਂ, ਜਿਵੇਂ ਆ ਹੁਣ ਪਾਣੀ, ਮਿੱਟੀ ਨੂੰ ਪਾਣੀ ਪਾਉਂਦੇ ਆਪਾਂ, ਇਹਦੇ 'ਚ ਉਤਪੁਜ ਆਉਂਦੀ ਹੈ। ਇਹ ਹੁਣ 4 ਖਾਣੀਆਂ, 4 ਖਾਣੀਆਂ ਵਿੱਚ ਇਹ ਜੀਵਨ ਦੇ ਆਕਾਰ ਨੇ, ਜਿਹੜੇ ਆਕਾਰ ਪੈਦਾ ਕੀਤੇ ਜਾਂਦੇ, ਇਸ ਤਰ੍ਹਾਂ ਇਹ ਆਕਾਰ ਬਣਦੇ ਨੇ। ਸੋ ਜਿਵੇਂ ਆਪਣਾ ਮਾਨਸ ਜਾਮਾ ਜਾਂ ਹੋਰ 84 ਲੱਖ ਜੂਨ ਨੇ, ਇਸ ਤਰ੍ਹਾਂ ਇਹ ਆਕਾਰ ਨੇ ਜਿਹੜੇ ਦ੍ਰਿਸ਼ਟਮਾਨ ਇਹ ਪੈਦਾ ਹੁੰਦੇ ਨੇ। ਜਿਵੇਂ ਆਪਾਂ ਦੇਖਦੇ ਵੀ ਕੁਝ ਜੀਵ ਆਂਡਿਆਂ ਚੋਂ ਨਿਕਲਦੇ, ਕੁਝ ਜੀਵ ਫਿਰ ਜੇਰ ਤੋਂ ਪੈਦਾ ਹੁੰਦੇ, ਕੁਝ ਪਸੀਨੇ ਤੋਂ, ਜਿਵੇਂ ਜੂਆਂ ਹੁੰਦੀਆਂ ਜਾਂ ਹੋਰ ਜੀਵ ਨੇ ਉਹ ਪਸੀਨੇ ਤੋਂ ਪੈਦਾ ਹੋ ਜਾਂਦੇ, ਕੁਝ ਜੀਵ ਮਿੱਟੀ ਤੋਂ ਪੈਦਾ ਹੁੰਦੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ 4 ਖਾਣੀਆਂ ਤੋਂ ਜੀਵ ਪੈਦਾ ਕੀਤੇ, ਤੇ ਇਸ ਤਰ੍ਹਾਂ ਇਹ ਕਿੰਨੇ ਖੰਡ ਬ੍ਰਹਿਮੰਡ ਹੋਰ, ਇਸ ਕਰਕੇ ਫਿਰ ਇਹ ਕਰੋੜਾਂ ਹੀ ਜੀਵ ਪੈਦਾ ਕੀਤੇ, ਕਰੋੜਾਂ ਹੀ ਖੰਡ ਬ੍ਰਹਿਮੰਡ ਨੇ ਤੇ ਕਰੋੜਾਂ ਹੀ ਫਿਰ ਇਹ ਖਾਣੀਆਂ ਨੇ, ਵੀ ਜਿੱਥੇ ਜਿੱਥੇ ਜੀਵਾਂ ਨੂੰ ਮਾਲਕ ਨੇ ਪੈਦਾ ਕੀਤਾ। ਫਿਰ ਮਹਾਰਾਜ ਕਹਿੰਦੇ ਵੀ ਕਈ ਕੋਟ ਆਕਾਸ਼, ਇਹ ਜਿਵੇਂ ਆਕਾਸ਼ ਕਹਿੰਦੇ ਆਪਾਂ ਦੇਖਦੇ ਅਸਮਾਨ, ਇਹ ਇੱਕ ਆਕਾਸ਼ ਜਿਹਨੂੰ ਆਪਾਂ ਦੇਖਦੇ, ਇਹ ਇਸੇ ਤਰ੍ਹਾਂ ਹੀ ਹੋਰ ਅੱਗੇ ਦੀ ਅੱਗੇ ਬ੍ਰਹਿਮੰਡ ਨੇ, ਉਹਨਾਂ ਦੇ ਆਕਾਸ਼ ਨੇ ਅੱਗੇ ਦੀ ਅੱਗੇ। ਜਿਵੇਂ ਇਹ ਧਰਤੀ ਤੇ ਫਿਰ ਧਵਲ, ਫਿਰ ਉੱਪਰ ਆਕਾਸ਼। ਤਰਲੋਕੀ ਦੇ ਵਿੱਚ ਜਿਵੇਂ ਇਹ ਹੁੰਦਾ, ਜਿਵੇਂ ਮਹਾਰਾਜ ਕਹਿੰਦੇ ਸੁਣੇ ਹੈ ਧਰਤ ਧਵਲ ਆਕਾਸ਼, ਇਹ ਧਰਤੀ ਹੋ ਗਈ। ਧਵਲ ਕਹਿੰਦੇ ਵੀ ਜਿੱਥੇ ਧਰਤੀ ਦੀ ਕਸ਼ਿਸ਼ ਖਤਮ ਹੋ ਜਾਂਦੀ, ਆਕਾਸ਼ ਦੀ ਖਿੱਚ ਉੱਪਰ ਰਹਿ ਜਾਂਦੀ ਹੈ, ਵਿਚਾਲੇ ਉਹ ਜਿਹੜਾ ਥਾਂ ਹੈ ਖਾਲੀ ਖਿਲਾ, ਉਸ ਨੂੰ ਗੁਰਬਾਣੀ 'ਚ ਧਵਲ ਦਾ ਨਾਮ ਦਿੱਤਾ। ਬਈ ਜਿੱਥੇ ਆਪਾਂ ਕੋਈ ਚੀਜ਼ ਛੱਡੀਏ ਉੱਥੇ ਹੀ ਰੁਕ ਜਾਏਗੀ, ਨਾ ਉੱਪਰ ਨੂੰ ਜਾਏਗੀ ਨਾ ਉਹ ਥੱਲੇ ਨੂੰ ਆਏਗੀ। ਵੀ ਧਰਤੀ ਦੀ ਕਸ਼ਿਸ਼ ਥੱਲੇ ਰਹਿ ਗਈ, ਆਕਾਸ਼ ਦੀ ਉੱਤੇ ਰਹਿ ਗਈ, ਤੇ ਉਹ ਧਵਲ ਵਿਚਾਲੇ। ਸੋ ਇਸੇ ਤਰ੍ਹਾਂ ਹੀ ਫਿਰ ਮਹਾਰਾਜ ਕਹਿੰਦੇ ਵੀ ਇਹ ਕਰੋੜਾਂ ਹੀ ਫਿਰ ਆਕਾਸ਼ ਨੇ, ਕਰੋੜਾਂ ਹੀ ਇਹ ਬ੍ਰਹਿਮੰਡ ਨੇ, ਇਹ ਖੰਡ ਬ੍ਰਹਿਮੰਡ ਕਰੋੜਾਂ ਹੀ ਜਿਹੜੇ ਨਾਮ ਦੇ ਵਿੱਚ
ਪਰੋਏ ਹੋਏ ਨੇ ਨਾਮ ਦੇ ਆਸਰੇ ਖੜੇ। ਨਾਮ ਕੇ ਧਾਰੇ ਅਖੰਡ ਬ੍ਰਹਿਮੰਡ। ਇਹ ਜਿੰਨੇ ਵੀ ਆਪਾਂ ਦੇਖਦੇ ਹਾਂ, ਚੰਦ, ਸੂਰਜ, ਤਾਰੇ, ਇਹ ਸਭ ਬ੍ਰਹਿਮੰਡ ਹੀ ਨੇ, ਅਖੰਡ ਹੀ ਨੇ। ਜਿਵੇਂ ਪਹਿਲਾਂ ਜੀਵਾਂ ਨੇ ਖੋਜ ਕੀਤੀ, ਕੁਝ ਉਹ ਖੋਜ ਕਰਨ ਲੱਗੇ ਤੇ ਉਹਨਾਂ ਨੇ ਦੱਸਿਆ ਵੀ 9 ਖੰਡ ਨੇ, ਵੀ 9 ਖੰਡਾਂ ਦੇ ਨਾਲ ਉਹਨਾਂ ਨੇ ਲੈਣ ਦੇਣ ਕੀਤਾ, ਉੱਥੇ ਤੱਕ ਉਹਨਾਂ ਦੀ ਪਹੁੰਚ ਹੋਈ ਤੇ ਉਹਨਾਂ ਨੇ ਫਿਰ ਉਹ ਦਿਨਾਂ ਦੇ ਨਾਂ ਰੱਖ ਦਿੱਤੇ, ਜੋ ਇਹ ਆਪਾਂ ਦਿਨਾਂ ਦੇ ਨਾਂ ਲੈਂਦੇ ਹਾਂ, ਐਤ, ਸੋਮ, ਮੰਗਲ, ਬੁੱਧ, ਵੀਰ, ਸ਼ੁਕਰ, ਸ਼ਨੀ। ਇਹਨਾਂ ਇਹ ਖੰਡਾਂ ਦੇ ਨਾਂ ਗ੍ਰਹਿਆਂ 'ਚ। 8ਵਾਂ ਆਪਣੀ ਧਰਤੀ ਤੇ 9ਵਾਂ ਇਹ ਸਰੀਰ। ਉਹਨਾਂ ਨੇ ਆਖਿਆ ਵੀ ਇਹ 9 ਖੰਡ ਨੇ। ਫਿਰ ਕੁਝ ਹੋਰ ਗੁਰਮੁਖ ਹੋਏ, ਉਹਨਾਂ ਨੇ ਹੋਰ ਅੱਗੇ ਖੋਜ ਕੀਤੀ ਤੇ ਉਹ 14 ਤੱਕ ਪਹੁੰਚ ਗਏ। ਉਹਨਾਂ ਨੇ ਆਖਿਆ ਵੀ 14 ਖੰਡ। ਉਹਨਾਂ ਨੇ ਫਿਰ ਇਹ ਮਹੀਨਿਆਂ ਦੇ ਨਾਂ ਤੇ ਰੱਖ ਦਿੱਤੇ, ਜੋ ਇਹ ਆਪਾਂ ਮਹੀਨਿਆਂ ਦੇ ਨਾਂ ਨੇ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ। ਉਹਨਾਂ ਨੇ ਆਖਿਆ ਵੀ ਇਹ 12 ਖੰਡ ਤੇ 13ਵਾਂ ਇਹ ਧਰਤੀ ਤੇ 14ਵਾਂ ਆਪਣਾ ਸਰੀਰ। ਉਹਨਾਂ ਨੇ ਆਖਿਆ ਵੀ ਇਹ 14 ਖੰਡ। ਫਿਰ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਬਈ ਇਹ ਇੰਨੇ ਖੰਡ ਨੇ ਬਈ ਜਿੱਥੇ ਸੰਸਾਰ ਦਾ ਇਹ ਲੇਖਾ ਖਤਮ ਹੋ ਜਾਂਦਾ, ਇਹ ਖਤਮ ਨਹੀਂ ਹੁੰਦਾ। ਇਹ ਇੰਨੇ ਖੰਡ ਬ੍ਰਹਿਮੰਡ ਨੇ, ਅੱਗੇ ਦੀ ਅੱਗੇ ਇਹ ਲੇਖਾ ਲਿਖਿਆ ਹੀ ਨਹੀਂ ਜਾ ਸਕਦਾ, ਇਹ ਖਤਮ ਹੀ ਨਹੀਂ ਹੁੰਦੇ। ਵੀ ਕਿੱਡਾ ਕੁ ਮਾਲਕ ਦਾ ਖੇਲ ਹੈ। ਇਸ ਲਈ ਫਿਰ ਇਸੇ ਮਹਾਰਾਜ ਦੱਸਦੇ ਕਈ ਕੋਟ ਆਕਾਸ਼ ਬ੍ਰਹਿਮੰਡ, ਵੀ ਕਿੰਨੇ ਹੀ ਕਰੋੜਾਂ ਹੀ ਆਕਾਸ਼, ਕਰੋੜਾਂ ਹੀ ਬ੍ਰਹਿਮੰਡ। ਫਿਰ ਮਹਾਰਾਜ ਦੱਸਦੇ ਕਈ ਕੋਟ ਹੋਏ ਅਵਤਾਰ, ਕਈ ਜਗਤ ਕੀਨੋ ਵਿਸਥਾਰ। ਕਰੋੜਾਂ ਹੀ ਐਸੇ ਮਾਲਕ ਨੇ ਗੁਰਮੁਖ ਅਵਤਾਰ ਪੈਦਾ ਕੀਤੇ, ਜਿਹੜੇ ਸਾਨੂੰ ਜੀਵਾਂ ਨੂੰ ਸੰਸਾਰ ਦੇ ਵਿੱਚ ਸਮਝਾਉਣ ਵਾਸਤੇ, ਮਾਲਕ ਦਾ ਉਪਦੇਸ਼ ਦੇਣ ਵਾਸਤੇ ਆਉਂਦੇ। ਜਿਵੇਂ ਆਪਾਂ ਨੂੰ ਹੁਣ ਖੇਲਣ ਵਾਸਤੇ ਇਸ ਬ੍ਰਹਿਮੰਡ ਦੇ ਵਿੱਚ 4 ਯੁੱਗਾਂ ਦਾ ਸਮਾਂ ਦਿੱਤਾ ਜਾਂਦਾ। ਸਤਿਯੁਗ, ਦੁਆਪਰ, ਤ੍ਰੇਤਾ, ਅਕਾਲਯੁਗ। ਇਹ 4 ਯੁੱਗਾਂ ਦੀ ਚੌਂਕੜੀ। ਹੁਣ ਇਹ 4 ਯੁੱਗਾਂ ਦੇ ਵਿੱਚ ਆਪਣੇ ਇਸ ਬ੍ਰਹਿਮੰਡ ਦੇ ਉੱਤੇ ਅਵਤਾਰ ਆਏ। ਜਿਵੇਂ ਵਿਸ਼ਨੂੰ ਭਗਵਾਨ, ਸ਼੍ਰੀ ਰਾਮ ਚੰਦਰ, ਸ਼੍ਰੀ ਕ੍ਰਿਸ਼ਨ ਜੀ ਆਏ, ਫਿਰ ਗੁਰੂ ਸਾਹਿਬ ਆਏ, ਭਗਤ ਜਨ ਆਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਹੀ ਫਿਰ ਹੋਰ ਜਿੰਨੇ ਕਰੋੜਾਂ ਖੰਡ ਬ੍ਰਹਿਮੰਡ ਨੇ, ਉੱਥੇ ਵੀ ਮਾਲਕ ਉਹਨਾਂ ਅਵਤਾਰਾਂ ਨੂੰ ਭੇਜਦੇ, ਆਪਦਾ ਸੰਦੇਸ਼ਾ ਦੇਣ ਵਾਸਤੇ, ਸਾਨੂੰ ਭੁੱਲੇ ਹੋਏ ਜੀਵਾਂ ਨੂੰ ਦੱਸਣ ਵਾਸਤੇ ਬਈ ਤੁਸੀਂ ਆਪਦੇ ਜੀਵਨ ਦਾ ਲਾਹਾ ਕੱਟੋ, ਵੀ ਕਿਵੇਂ ਇਹ ਖੇਲ ਪ੍ਰਗਟ ਹੋਇਆ, ਕਿਵੇਂ ਮਾਲਕ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਕਿਵੇਂ ਤੁਹਾਨੂੰ ਪੈਦਾ ਕੀਤਾ। ਤੁਸੀਂ ਆਪਣੇ ਆਪੇ ਦੀ ਪਹਿਚਾਣ ਕਰੋ, ਮਾਲਕ ਦੀ ਪਹਿਚਾਣ ਕਰੋ, ਉਹਦੇ ਵਿੱਚ ਸਮਾਵੋ। ਫਿਰ ਸਤਿਗੁਰੂ ਕਹਿੰਦੇ ਵੀ ਇਹ ਕਰੋੜਾਂ ਹੀ, ਕਈ ਕੋਟ ਹੋਏ ਅਵਤਾਰ। ਵੀ ਇਹ ਕੋਈ 2, 4 ਜਾਂ 10, 20 ਨਹੀਂ, ਕਰੋੜਾਂ ਦੀ ਗਿਣਤੀ 'ਚ। ਵੀ ਕਰੋੜਾਂ ਹੀ ਖੰਡ ਬ੍ਰਹਿਮੰਡ ਨੇ ਤੇ ਉਹਨਾਂ ਖੰਡਾਂ ਬ੍ਰਹਿਮੰਡਾਂ 'ਤੇ ਸਮੇਂ ਮੁਤਾਬਕ ਮਾਲਕ ਅਵਤਾਰਾਂ ਨੂੰ ਭੇਜਦੇ ਰਹਿੰਦੇ, ਗੁਰਮੁਖਾਂ ਨੂੰ ਭੇਜਦੇ ਰਹਿੰਦੇ ਆਪਦਾ ਸੰਦੇਸ਼ਾ ਦੇਣ ਵਾਸਤੇ। ਇਸ ਲਈ ਆਪਾਂ ਨੂੰ ਦੱਸਦੇ ਵੀ ਜਿਵੇਂ ਹਰ ਇੱਕ ਯੁੱਗ ਦੇ ਵਿੱਚ ਮਾਲਕ ਨੇ ਭਗਤ ਪੈਦਾ ਕੀਤੇ ਤੇ ਆਪਣੇ ਭਗਤਾਂ ਦੀ ਫਿਰ ਉਹ ਪੈਜ ਵੀ ਰੱਖਦਾ। ਫਰਮਾਉਂਦੇ ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪਹਿਲਾ ਉਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਉਹ ਮੁਖ ਲਾਇਆ। ਇਹ ਫਿਰ ਆਪਾਂ ਨੂੰ ਦੱਸਦੇ ਵੀ ਮਾਲਕ ਸਮੇਂ ਮੁਤਾਬਕ ਅਵਤਾਰਾਂ ਨੂੰ ਭੇਜਦੇ ਤੇ ਆਪਦਾ ਸੰਦੇਸ਼ਾ ਦੇਣ ਵਾਸਤੇ।
ਉਹ ਫਿਰ ਸਾਨੂੰ ਜੀਵਾਂ ਨੂੰ ਭੋਲਿਆਂ ਨੂੰ ਆ ਕੇ ਨਾਮ ਦਾ ਭੇਦ ਦਿੰਦੇ, ਸੱਚ ਦਾ ਭੇਦ ਦਿੰਦੇ। ਉਹਨਾਂ ਦੇ ਮੁਖ ਦੇ ਵਿੱਚੋਂ ਫਿਰ ਉਹ ਜਿਹੜੇ ਵਚਨ ਉਚਾਰਨ ਕਰਦੇ ਉਹ ਵਚਨ ਵੇਦ ਬਣ ਜਾਂਦੇ। ਉਹ ਸਾਡੇ ਜੀਵਾਂ ਦੇ ਆਧਾਰ ਵਾਸਤੇ, ਇਸ ਵਾਸਤੇ ਫਿਰ ਆਪ ਨੂੰ ਸਮਝਾਉਂਦੇ ਬਈ ਕਿੰਨੇ ਹੀ ਫਿਰ ਮਾਲਕ ਨੇ ਅਵਤਾਰ ਪੈਦਾ ਕੀਤੇ। ਫਿਰ ਮਾਰੇ ਕਹਿੰਦੇ ਕਈ ਜਗਤ ਕੀਨੋ ਵਿਸਥਾਰ, ਬਈ ਫਿਰ ਮਾਲਕ ਨੇ ਇਸ ਸੰਸਾਰ ਦੀ ਜਿਹੜੀ ਰਚਨਾ ਕੀਤੀ, ਜੀਵ ਪੈਦਾ ਕੀਤੇ, ਵੱਖੋ ਵੱਖਰੇ ਇਹ ਜੀਵਾਂ ਦੇ ਆਕਾਰ ਪੈਦਾ ਕੀਤੇ, ਵੱਖੋ ਵੱਖਰੇ ਜੀਵ ਪੈਦਾ ਕੀਤੇ ਨੇ। ਤੇ ਪਰ ਜੋਤ ਮਾਲਕ ਦੀ ਸਭ ਦੇ ਵਿੱਚ ਇੱਕੋ ਹੀ, ਸਭ ਦੇ ਅੰਦਰ ਉਹਦੀ ਆਪਣੀ ਹੀ ਜੋਤ, ਸਭ ਦੇ ਅੰਦਰ ਉਹ ਆਤਮਾ ਦੇ ਰੂਪ ਦੇ ਵਿੱਚ ਆਪ ਵਿਰਾਜਮਾਨ ਹੋ ਕੇ ਬੈਠੀ। ਤੇ ਸਭ ਦੇ ਅੰਦਰ ਖੇਲ ਇਹੀਓ ਚੱਲਦਾ ਸ਼ਿਵ ਤੇ ਸ਼ਕਤੀ ਦਾ। ਸ਼ਿਵ ਕਹਿੰਦੇ ਮਾਲਕ ਨੂੰ, ਸ਼ਕਤੀ ਕਹਿੰਦੇ ਮਾਇਆ ਨੂੰ, ਤ੍ਰਿਗੁਣ। ਤੇ ਮਾਨੇ ਜਿਹੜਾ ਇਹ ਸ਼ਿਵ ਸ਼ਕਤੀ ਘਰ ਖੇਲਣ ਵਾਸਤੇ ਆਉਂਦਾ ਪਰਲੋਕ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ, ਮਾਰੇ ਫਰਮਾਉਂਦੇ ਜੈ ਦੇਖਾਂ ਤੇ ਰਬ ਰਹੇ, ਸ਼ਿਵ ਸ਼ਕਤੀ ਦਾ ਮੇਲ, ਤ੍ਰੈਗੁਣ ਵੱਧੀ ਦੇਹਰੀ, ਜੋ ਜਗ ਆਇਆ ਸੋ ਖੇਲ। ਵੀ ਇਹ ਜਿਹੜੀ ਦੇਹਰੀ ਸਰੀਰ, ਇਹਦੇ ਨਾਲ ਇਹਨੂੰ ਜੋੜਿਆ ਗਿਆ ਤੇ ਇਹ ਖੇਲ ਚੱਲਦਾ ਸ਼ਿਵ ਤੇ ਸ਼ਕਤੀ ਦਾ। ਵੀ ਸ਼ਿਵ ਕਹਿੰਦਾ ਆਤਮਾ ਨੂੰ, ਸਤਿਪੁਰਖ ਨੂੰ, ਜੋ ਸਾਡੇ ਅੰਦਰ ਬੈਠੇ ਆਤਮਾ ਦੇ ਰੂਪ ਵਿੱਚ ਮਾਲਕ, ਤੇ ਸ਼ਕਤੀ ਕਹਿੰਦਾ ਇਹ ਮਾਇਆ ਨੂੰ। ਹੁਣ ਮਾਨੇ ਜਿਹੜਾ ਇਹ ਸ਼ਕਤੀ ਘਰ ਆ ਕੇ ਸੌਂ ਗਿਆ ਮਾਇਆ ਦੇ ਘਰ, ਤੇ ਇਹਨੇ ਸ਼ਿਵ ਘਰ ਜਾਣਾ। ਜੇ ਤਾਂ ਇਹ ਸ਼ਿਵ ਘਰ ਚਲਾ ਜਾਂਦਾ, ਇਹ ਆਤਮਾ ਨੂੰ ਮਿਲ ਲੈਂਦਾ, ਇਹ ਆਤਮ ਰੂਪ ਹੋ ਜਾਂਦਾ, ਇਹਦਾ ਆਪਣਾ ਆਪਾ ਖਤਮ ਹੋ ਜਾਂਦਾ, ਤੇ ਫਿਰ ਆਤਮਾ ਤੋਂ ਹੀ ਪਰਮਾਤਮਾ ਰੂਪ ਹੋ ਜਾਂਦਾ। ਇਸ ਵਾਸਤੇ ਫਿਰ ਇਹ ਸਾਨੂੰ ਅਵਤਾਰ ਗੁਰਮੁਖ ਜਨ ਸਮਝਾਉਂਦੇ ਕਿ ਕਿਵੇਂ ਇਹ ਖੇਲ ਚੱਲਦਾ ਸ਼ਿਵ ਤੇ ਸ਼ਕਤੀ ਦਾ, ਕਿਵੇਂ ਸਾਡਾ ਮਨ ਸ਼ਕਤੀ ਘਰ ਆ ਕੇ ਸੁੱਤਾ, ਕਿਵੇਂ ਹੁਣ ਇਹਨੇ ਵਾਪਸ ਸ਼ਿਵ ਘਰ ਜਾਣਾ, ਕਿਵੇਂ ਨੇ ਆਤਮ ਰੂਪ ਹੋਣਾ, ਆਤਮਾ ਤੋਂ ਫਿਰ ਕਿਵੇਂ ਇਹਨੇ ਪਰਮਾਤਮਾ ਰੂਪ ਹੋਣਾ। ਉਹ ਸਾਰਾ ਫਿਰ ਸਾਨੂੰ ਮਾਲਕ ਭੇਦ ਦੇਣ ਵਾਸਤੇ ਉਹ ਫਿਰ ਗੁਰਮੁਖਾਂ ਨੂੰ, ਮਹਾਂਪੁਰਸ਼ਾਂ ਨੂੰ, ਅਵਤਾਰਾਂ ਨੂੰ ਇਸ ਸੰਸਾਰ ਦੇ ਵਿੱਚ ਸਮੇਂ ਮੁਤਾਬਕ ਫਿਰ ਉਹ ਭੇਜਦੇ ਹੀ ਰਹਿੰਦੇ ਆਪਦਾ ਸੰਦੇਸ਼ਾ ਦੇਣ ਵਾਸਤੇ। ਫਿਰ ਮਹਾਰਾਜ ਦੱਸਦੇ ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਓੰਕਾਰ। ਇਹ ਮਾਲਕ ਨੇ ਪਤਾ ਨਹੀਂ ਕਿੰਨੀ ਵਾਰ ਪਸਾਰਿਆ, ਖੇਲ ਆਪਦਾ ਸ਼ੁਰੂ ਕੀਤਾ, ਕਿੰਨੀ ਵਾਰ ਫਿਰ ਇਕੱਠਾ ਕਰਕੇ ਫਿਰ ਇੱਕ ਰੂਪ ਹੋ ਜਾਂਦੇ। ਇਹ ਮਾਲਕ ਦੀ ਆਪਣੀ ਇੱਛਾ ਸੀ, ਜਦੋਂ ਉਹਨਾਂ ਦੀ ਇੱਛਾ ਹੁੰਦੀ ਖੇਲ ਸ਼ੁਰੂ ਕਰ ਦਿੰਦੇ, ਜਦੋਂ ਇੱਛਾ ਹੁੰਦੀ ਖਤਮ ਕਰਨਾ ਤੇ ਉਹੀ ਖੇਲ ਨੂੰ ਸਮੇਟ ਦਿੰਦੇ, ਖਤਮ ਕਰ ਦਿੰਦੇ, ਸਾਰਾ ਕੁਝ ਆਪਦੇ ਵਿੱਚ ਸੰਭਾਲ ਲੈਂਦੇ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਇੱਕ ਹੈ ਅਨੇਕ ਹੈ, ਅਨੇਕ ਹੈ ਫਿਰ ਇੱਕ ਹੈ। ਬਈ ਕਈ ਵਾਰੀ ਪਸਾਰਾ ਮਾਲਕ ਨੇ ਪਸਾਰਿਆ, ਕਈ ਵਾਰੀ ਖੇਲ ਮਾਲਕ ਨੇ ਸ਼ੁਰੂ ਕੀਤਾ ਤੇ ਫਿਰ ਇੱਕ ਰੂਪ ਹੋ ਗਏ। ਜਿਵੇਂ ਹੁਣ ਹੋਰ ਕਿੰਨੇ ਖੰਡ ਬ੍ਰਹਿਮੰਡ ਨੇ, ਕਈ ਐਸੇ ਖੰਡ ਵੀ ਜਿੱਥੇ ਆਪਾਂ ਤੋਂ ਬਹੁਤ ਜ਼ਿਆਦਾ ਵਿਗਿਆਨ ਨੇ ਤਰੱਕੀ ਕਰ ਲਈ, ਉਹਨਾਂ ਨੇ ਇੰਨੀ ਤਰੱਕੀ ਕਰ ਲਈ, ਇੰਨੇ ਜ਼ਿਆਦਾ ਉਹ ਸਾਗਤ ਮਨਮੁਖ ਹੋ ਗਏ ਕਿ ਉਹਨਾਂ ਨੇ ਜਿਹੜੇ ਪਰਮਾਣੂ ਸੀ ਉਹ ਪਰਮਾਣੂ ਬਣਾ ਕੇ ਉਹ ਚਲਾ ਵੀ ਦਿੱਤੇ। ਉਹ ਜਦੋਂ ਚੱਲ ਗਏ ਤੇ ਉੱਥੇ ਫਿਰ ਸਾਰੇ ਜਿਹੜੀਆਂ ਚਾਰੇ ਖਾਣੀਆਂ ਜਦੋਂ ਇਹ ਜੀਵ ਪਰਮਾਣੂ ਚਲਾਉਂਦੇ ਉਹ ਫਿਰ ਸਾਰੀਆਂ ਮੱਚਣ ਲੱਗ ਜਾਂਦੀ, ਕਿਉਂਕਿ ਜਿਹੜਾ ਬ੍ਰਹਿਮੰਡ ਦਾ ਸੰਤੁਲਨ ਮਾਲਕ ਨੇ ਇੱਕੋ ਜਿਹਾ ਰੱਖਿਆ ਹੋਇਆ। ਸਾਨੂੰ ਜੀਵਾਂ ਨੂੰ ਲੋੜ ਮੁਤਾਬਕ ਪਾਉਣ, ਪਾਣੀ, ਅਗਨ ਉਹਦਾ ਸੰਤੁਲਨ ਬਣਾ ਕੇ ਰੱਖਦੇ। ਵੀ ਜਦੋਂ ਕਿਸੇ ਚੀਜ਼ ਦਾ ਸੰਤੁਲਨ ਵਿਗੜਦਾ ਉਹ ਫਿਰ ਠੀਕ ਕਰਨ ਵਾਸਤੇ ਇਸੇ ਕਰਕੇ ਕਈ ਵਾਰ ਹਨੇਰੀ ਆ ਗਈ,
ਜਾਂ ਮੀਂਹ ਆ ਗਿਆ ਜਾਂ ਗਰਮੀ ਪੈ ਗਈ, ਇਹ ਹਰ ਸੰਤੁਲਨ ਬ੍ਰਹਿਮੰਡ ਦਾ ਉਹ ਮਾਲਕ ਬਣਾ ਕੇ ਰੱਖਦੇ ਕੁਦਰਤ ਸਾਡੇ ਜੀਵਨ ਦੇ ਭਲੇ ਵਾਸਤੇ। ਪਰ ਜਦੋਂ ਜੀਵ ਫਿਰ ਇਹ ਪਰਮਾਣੂ ਚਲਾਉਂਦੇ, ਇਹਦੇ ਬ੍ਰਹਿਮੰਡ ਦੇ ਵਿੱਚ ਪੌਣ ਤੇ ਪਾਣੀ ਦੀ ਘਾਟ ਆ ਜਾਂਦੀ ਤੇ ਅਗਨ ਜਿਹੜਾ ਅਗਨ ਤੱਤ ਵੱਧ ਜਾਂਦਾ ਤੇ ਫਿਰ ਉਹ ਅਗਨ ਦੇ ਨਾਲ ਇਹ ਚਾਰੇ ਖਾਣੀਆਂ ਜਿਹੜੀਆਂ ਮੱਚਣੀਆਂ ਸ਼ੁਰੂ ਕਰ ਦਿੰਦੀ। ਫਿਰ ਮਾਲਕ ਇਹ ਬ੍ਰਹਿਮੰਡ ਦਾ ਸੰਤੁਲਨ ਠੀਕ ਕਰਨ ਵਾਸਤੇ ਫਿਰ ਉਹ ਇੱਕਦਮ ਇਕੱਠਾ ਜਿਵੇਂ ਪਾਣੀ ਸਮੁੰਦਰਾਂ ਦੇ ਰੂਪ ਦੇ ਵਿੱਚ ਜਿਹੜਾ ਸਟੋਰ ਕੀਤਾ ਤੇ ਖਾਲੀ ਖਲਾ ਦੇ ਵਿੱਚ ਪੌਣੇ ਜਿਹੜੀ ਉਹ ਸਟੋਰ ਕੀਤੀ ਹੈ ਬੰਨ੍ਹ ਕੇ ਰੱਖੀ ਹੋਈ, ਫਿਰ ਉਹਨਾਂ ਨੂੰ ਇੱਕਦਮ ਛੱਡ ਦੇ। ਜਦੋਂ ਇਕੱਠੇ ਉਹਨੂੰ ਛੱਡਦੇ ਫਿਰ ਉਹ ਸਾਡੇ ਲਈ ਮਹਾਂਪਰਲੋਂ ਦਾ ਕਾਰਨ ਬਣਦਾ। ਫਿਰ ਸਾਰੇ ਹੀ ਜਲ ਥਾਲੀ ਹੋ ਜਾਂਦੇ, ਸਭ ਆਕਾਰ ਕੂੜ ਸਭ ਖਤਮ ਹੋ ਜਾਂਦੇ। ਤੇ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਕਿੰਨੀ ਵਾਰ ਇਹ ਪਸਾਰਾ ਪਸਰਿਆ, ਕਿੰਨੀ ਵਾਰ ਫੇਰੇ ਜਦੋਂ ਪਰਲੋਂ ਆ ਜਾਂਦੀ, ਮਹਾਂਪਰਲੋਂ ਆ ਜਾਂਦੀ। ਫਿਰ ਐਸੇ ਕਈ ਖੰਡ ਨੇ ਜਿੱਥੇ ਮਹਾਂਪਰਲੋਂ ਆ ਗਈ, ਜਲ ਥਾਲੀ ਪਾਣੀਓ ਪਾਣੀ ਹੋਇਆ ਫਿਰਦਾ, ਕੋਈ ਜੀਵ ਨਹੀਂ, ਖਤਮ ਹੋ ਗਈ ਸਭ ਚੀਜ਼। ਫਿਰ ਇਸੇ ਤਰ੍ਹਾਂ ਦਾ ਉਹ ਜਦੋਂ ਖੇਲ ਉਹਨਾਂ ਨੇ ਜਿਵੇਂ ਬਿਲਕੁਲ ਖਤਮ ਕਰਨਾ ਹੁੰਦਾ, ਫਿਰ ਉਹ ਕਈ ਵਾਰ ਕੀ ਕਰਦੇ, ਇਕੱਲੀ ਪੌਣ ਦੁਆਰਾ ਇਸ ਆਕਾਰ ਜਿਹੜੇ ਦ੍ਰਿਸ਼ਟਮਾਨ ਸਰੀਰ ਨੇ ਪੌਣ 'ਚ ਪਰੋਏ ਹੋਏ, ਪੌਣ ਤੇ ਨਾਮ ਮਾਲਕ ਦੇ ਮੁਖ ਦੇ ਵਿੱਚ ਦੋਵੇਂ ਪ੍ਰਗਟ ਹੁੰਦੇ ਨੇ। ਜਿਵੇਂ ਹੁਣ ਆਪਾਂ ਬੋਲ ਰਹੇ ਹਾਂ, ਆਵਾਜ਼ ਆ ਰਹੀ ਤੇ ਨਾਲ ਪੌਣ ਆਉਂਦੀ ਹਵਾ, ਇਸੇ ਤਰ੍ਹਾਂ ਹੀ ਇਹ ਪੌਣ ਤੇ ਨਾਮ ਪਰਮਾਤਮਾ ਦੇ ਮੁਖ ਦੇ ਵਿੱਚੋਂ ਪ੍ਰਗਟ ਹੋ ਰਹੇ ਨੇ। ਪੌਣ ਦੁਆਰਾ ਇਹ ਦ੍ਰਿਸ਼ਟਮਾਨ ਸਰੀਰ ਆਕਾਰ ਤਿਆਰ ਕੀਤੇ ਜਾਂਦੇ, ਆਕਾਰ ਸਾਰੇ ਪੌਣ 'ਚ ਪਰੋਏ ਹੋਏ ਨੇ। ਜਿਸ ਨੂੰ ਮਹਾਰਾਜ ਕਹਿੰਦੇ ਪੌਣ ਪਰੋਇਆ ਸਗਲ ਆਕਾਰ, ਵੀ ਜਿੰਨੇ ਵੀ ਆਕਾਰ ਨੇ ਪੌਣ 'ਚ ਪਰੋ ਲਏ, ਤੇ ਜਿੰਨੇ ਜਿਹੜੇ ਸੂਖਮ ਆਕਾਰ ਨੇ ਉਹ ਨਾਮ ਦੇ ਵਿੱਚ ਪਰੋਏ ਹੋਏ। ਹੁਣ ਜਦੋਂ ਤਾਂ ਇਹ ਦ੍ਰਿਸ਼ਟਮਾਨ ਆਕਾਰ ਖਤਮ ਕਰਨੇ ਹੁੰਦੇ, ਉਹ ਇਕੱਲੀ ਪੌਣ ਬੰਦ ਕਰ ਦਿੰਦੇ। ਜਦੋਂ ਪੌਣ ਬੰਦ ਕਰ ਦਿੰਦੇ, ਇਹ ਜਿੰਨੇ ਦ੍ਰਿਸ਼ਟਮਾਨ ਆਕਾਰ ਨੇ ਸਰੀਰ ਇਹ ਸਭ ਖਤਮ ਹੋ ਜਾਂਦੇ, ਪੌਣ ਖਿੱਚ ਲਈ। ਜਿਵੇਂ ਆਪਾਂ ਦੇਖਦੇ ਹਾਂ ਨਾ ਵੀ ਸਰੀਰ ਦੇ ਵਿੱਚੋਂ ਜਦੋਂ ਇਹ ਆਪਾਂ ਕਹਿੰਦੇ ਵੀ ਜੀਵ ਮਰ ਗਿਆ, ਉਹ ਵੀ ਉਹਦੀ ਪੌਣ ਬੰਦ ਕਰ ਦਿੰਦੇ, ਸਵਾਸ ਬੰਦ ਕਰ ਦਿੰਦੇ ਤੇ ਆਪਾਂ ਕਹਿ ਦਿੰਦੇ ਮਰ ਗਿਆ, ਖਤਮ ਹੋ ਗਿਆ ਜੀ। ਇਸੇ ਤਰ੍ਹਾਂ ਹੀ ਉਹ ਮਾਲਕ ਕੋਲ ਜੁਗਤੀ ਵਿਧੀ ਹੁਨਰ, ਜਦੋਂ ਤੋਂ ਪੌਣ ਬੰਦ ਕਰਦੇ, ਦ੍ਰਿਸ਼ਟਮਾਨ ਜਿਹੜੇ ਆਕਾਰ ਨੇ ਸਰੀਰ ਉਹ ਢਹਿ ਜਾਂਦੇ। ਸੂਖਮ ਨਹੀਂ ਢਹਿੰਦੇ, ਸੂਖਮ ਪਾਣੀ 'ਚ ਨਹੀਂ ਡੁੱਬਦੇ। ਜਿਹੜੇ ਸੂਖਮ ਨਾਮ 'ਚ ਪਰੋਏ ਹੋਏ ਨੇ, ਨਾ ਤਾਂ ਉਹਨਾਂ ਨੂੰ ਪਾਣੀ ਡੋਬ ਸਕੇ, ਨਾ ਉਹਨਾਂ 'ਤੇ ਕੋਈ ਪਰਮਾਣੂ ਕੰਮ ਕਰੇ, ਉਹਨਾਂ ਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੂਖਮਾਂ ਨੂੰ, ਨਾ ਉਹਨਾਂ 'ਤੇ ਇਹ ਐਟਮ ਸ਼ਕਤੀ ਕੰਮ ਕਰੇ, ਕਿਉਂਕਿ ਉਹ ਸੂਖਮ ਮਨ ਜਿਹੜੇ ਉਹਨਾਂ 'ਤੇ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਹੁੰਦਾ। ਫਿਰ ਇਸ ਤਰ੍ਹਾਂ ਜਦੋਂ ਤਾਂ ਉਹਨਾਂ ਨੇ ਸਰੀਰ ਦ੍ਰਿਸ਼ਟਮਾਨ ਖਤਮ ਕਰਨਾ ਹੁੰਦਾ, ਉਹ ਪੌਣ ਬੰਦ ਕਰ ਲੈਂਦੇ, ਸੂਖਮ ਰਹਿ ਜਾਂਦੇ। ਤੇ ਸੂਖਮਾਂ ਨੂੰ ਫਿਰ ਕਿਸੇ ਹੋਰ ਬ੍ਰਹਿਮੰਡ ਦੇ ਜਿੱਥੇ ਖੇਲ ਚੱਲਦਾ, ਉਹਨਾਂ ਨੂੰ ਨਵਾਂ ਆਕਾਰ ਦੇ ਕੇ ਉਹ ਆਕਾਰਾਂ 'ਚ ਭੇਜ ਦਿੰਦੇ। ਤੇ ਜਦੋਂ ਮਾਲਕ ਨੇ ਬਿਲਕੁਲ ਇੱਕ ਰੂਪ ਹੋਣਾ, ਫਿਰ ਉਹ ਦੋਵਾਂ ਨੂੰ, ਨਾਮ ਨੂੰ ਵੀ ਤੇ ਪੌਣ ਨੂੰ ਵੀ ਬੰਦ ਕਰ ਦਿੰਦੇ, ਆਪਦੇ ਵਿੱਚ ਸਮਾ ਲੈਂਦੇ। ਫਿਰ ਸਾਰਾ ਕੁਝ ਹੀ ਇੱਕ ਰੂਪ ਹੋ ਜਾਂਦਾ, ਫਿਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ, ਸਾਰੇ ਮਾਲਕ ਇਕੱਲਾ ਹੀ ਰਹਿ ਜਾਂਦੇ। ਸਭ ਸੂਖਮਕਾਰ ਵੀ ਖਤਮ, ਦ੍ਰਿਸ਼ਟਮਾਨ ਵੀ ਖਤਮ, ਫਿਰ ਸਾਰਾ ਕੁਝ ਉਹਦੇ ਵਿੱਚ ਹੀ ਸਮਾ ਗਿਆ, ਇੱਕ ਰੂਪ ਹੀ ਹੋ ਗਏ, ਪ੍ਰਕਾਸ਼ ਹੀ ਪ੍ਰਕਾਸ਼। ਇਸ ਲਈ ਮਹਾਰਾਜ ਫਿਰ ਇੱਥੇ ਦੱਸਦੇ, ਕਹਿੰਦੇ ਵੀ ਕਈ ਵਾਰ ਮਾਲਕ ਨੇ ਪਸਾਰਾ ਪਸਾਰਿਆ, ਜਦੋਂ ਫਿਰ ਉਹਨਾਂ ਦੀ ਇੱਛਾ ਹੁੰਦੀ ਉਹ ਫਿਰ ਖੇਲ ਸ਼ੁਰੂ ਕਰ ਦਿੰਦੇ, ਜਦੋਂ ਇੱਛਾ ਹੁੰਦੀ ਖਤਮ ਕਰ ਦਿੰਦੇ। ਵੀ ਕਈ ਵਾਰ ਇਹ ਪਸਾਰਾ ਪਸਰਿਆ ਤੇ ਕਈ ਵਾਰ ਫਿਰ ਇੱਕ ਰੂਪ ਹੋ ਕੇ ਫਿਰ ਉਹ ਇੱਕ ਹੋ ਜਾਂਦੇ, ਸਦਾ ਸਦਾ ਇੱਕ ਅੰਕਾਰ, ਵੀ ਫਿਰ ਉਹ ਇੱਕ ਰੂਪ ਹੋ ਜਾਂਦਾ, ਫਿਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ।
ਵੇਰ ਮਾਰੇ ਦੱਸਦੇ ਕਈ ਕੋਟ ਕੀਨੇ ਬਹੁ ਭਾਂਸ, ਪ੍ਰਭ ਤੇ ਹੋਏ ਪ੍ਰਭ ਮਾਨੀ ਸਮਾਤ। ਮਾਰੇ ਕਹਿੰਦੇ ਵੀ ਕਈ ਕਰੋੜਾਂ ਹੀ ਜੀਵ ਬਹੁਤ ਵੱਖੋ ਵੱਖਰੀ ਕਿਸਮ ਦੇ ਮਾਲਕ ਨੇ ਜੋ ਇਹ ਜੀਵ ਪੈਦਾ ਕੀਤੇ, ਜਿਹੜੇ ਪਰਮਾਤਮਾ ਨੇ ਪੈਦਾ ਕੀਤੇ ਤੇ ਮਿਲ ਕੇ ਫਿਰ ਪਰਮਾਤਮਾ ਦੇ ਵਿੱਚ ਹੀ ਉਹ ਸਮਾ ਜਾਂਦੇ, ਉਹਦੇ ਵਿੱਚ ਹੀ ਫਿਰ ਲੀਨ ਹੋ ਜਾਂਦੇ ਨੇ। ਜਿਵੇਂ ਹੁਣ ਆਪਾਂ ਤਾਂ ਭਗਤੀ ਕਰਦੇ ਹਾਂ ਵੀ ਅਸੀਂ ਮਾਲਕ ਦੇ ਵਿੱਚ ਲੀਨ ਹੋ ਜਾਈਏ, ਅਸੀਂ ਉਹਦੇ ਵਿੱਚ ਸਮਾ ਜਾਈਏ। ਇੱਕ ਹੈ ਭਗਤੀ ਕਰਕੇ ਉਹਦੇ ਵਿੱਚ ਸਮਾਉਣਾ, ਇੱਕ ਹੈ ਵੀ ਜਦੋਂ ਮਾਲਕ ਨੇ ਖੇਲ ਬੰਦ ਕਰਨਾ ਹੁੰਦਾ ਉਦੋਂ ਸਾਰਿਆਂ ਨੂੰ ਆਪਦੇ ਵਿੱਚ ਸਮਾ ਲੈਂਦਾ। ਪਰ ਉਹ ਕਦੋਂ ਸਮਾਉਂਦਾ, ਕਦੋਂ ਇਹ ਖੇਲ ਬੰਦ ਕਰਦਾ, ਉਹਨੂੰ ਆਪ ਨੂੰ ਹੀ ਪਤਾ। ਇਹ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ ਵੀ ਆਹ ਖੇਲ ਖਤਮ ਹੋ ਜਾਏਗਾ। ਤੇ ਇਹ ਵੀ ਨਹੀਂ ਹੈ ਵੀ ਉਹ ਇੱਕ ਰੂਪ ਹੋ ਕੇ ਸਾਨੂੰ ਆਪਦੇ ਵਿੱਚ ਸਮਾ ਲਵੇ। ਹੋ ਸਕਦਾ ਉਹ ਇਕੱਲੀ ਪਾਉਣ ਬੰਦ ਕਰਕੇ ਦ੍ਰਿਸ਼ਟ ਮਨ ਸਰੀਰ ਖਤਮ ਕਰ ਦੇਣ, ਸੂਖਮ ਨਾ ਖਤਮ ਕਰਨ ਤੇ ਸੂਖਮ ਨੂੰ ਹੋਰ ਬ੍ਰਹਿਮੰਡ ਦੇ ਜਿੱਥੇ ਖੇਲ ਚੱਲਦਾ ਉੱਥੇ ਭੇਜ ਦਿੰਦੇ ਨੇ ਨਵਾਂ ਆਕਾਰ ਦੇਖੀ। ਇਸ ਵਾਸਤੇ ਫਿਰ ਮਾਲਕ ਦੀ ਇੱਛਾ ਵੀ ਕਿੰਨੇ ਉਹਨਾਂ ਨੇ ਜੀਵ ਪੈਦਾ ਕੀਤੇ ਰੋੜਾਂ ਹੀ, ਤੇ ਉਹ ਤੋਂ ਮਾਲਕ ਤੋਂ ਪੈਦਾ ਹੋਏ, ਤੇ ਜਦੋਂ ਉਹਦੀ ਇੱਛਾ ਉਹਨਾਂ ਨੂੰ ਆਪਦੇ ਵਿੱਚ ਫਿਰ ਸਮਾ ਲੈਂਦਾ, ਆਪਦੇ ਵਿੱਚ ਲੀਨ ਕਰ ਲੈਂਦਾ। ਫਿਰ ਮਾਰੇ ਕਹਿੰਦੇ ਤਾਕ ਅੰਤ ਨ ਜਾਣੇ ਕੋਈ, ਆਪੇ ਆਪ ਨਾਨਕ ਪ੍ਰਭ ਸੋਈ। ਵੀ ਪਰਮਾਤਮਾ ਨਿਰੰਕਾਰ ਦਾ ਅੰਤ ਨਹੀਂ ਜਾਣਿਆ ਜਾ ਸਕਦਾ। ਬਈ ਉਹ ਕਿੰਨਾ ਕੁ ਵੱਡਾ, ਕਿੰਨਾ ਕੁ ਉਹਦਾ ਪਸਾਰਾ, ਇਹ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ, ਇਹਦਾ ਆਪਾਂ ਅੰਤ ਨਹੀਂ ਪਾ ਸਕਦੇ ਹੈ। ਤੇ ਮਹਾਰਾਜ ਕਹਿੰਦੇ ਵੀ ਉਹ ਆਪ ਹੀ ਜਾਣਦਾ, ਆਪੇ ਆਪ ਨਾਨਕ ਪ੍ਰਭ ਸੋਈ, ਵੀ ਉਹ ਆਪ ਹੀ, ਉਹਦੇ ਵਰਗਾ ਕੋਈ ਹੋਰ ਦੂਜਾ ਨਹੀਂ। ਬਈ ਉਹਨੂੰ ਆਪ ਨੂੰ ਹੀ ਪਤਾ ਹੈ ਵੀ ਕਿੰਨਾ ਕੁ ਉਹਦਾ ਪਸਾਰਾ, ਕਿੰਨਾ ਕੁ ਵੱਡਾ, ਕਿੱਥੇ ਕਿੱਥੇ ਉਹਨੇ ਜੀਵ ਪੈਦਾ ਕੀਤੇ ਨੇ, ਇਹ ਮਾਲਕ ਆਪ ਹੀ ਜਾਣਦਾ ਹੈ। ਇਸ ਵਾਸਤੇ ਰੱਬ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਬਈ ਕੋਈ ਮਾਲਕ ਵਰਗਾ ਹੋਰ ਦੂਜਾ ਹੈ ਨਹੀਂ। ਹਰ ਜਿਹਾ ਪੁਰਖ ਨ ਲੱਭਈ, ਸਭ ਦੇਖਿਆ ਜਗਤ ਮੈਂ ਟੋਲੇ। ਮਹਾਰਾਜ ਕਹਿੰਦੇ ਵੀ ਅਸੀਂ ਸਾਰਾ ਜਗਤ ਟੋਲ ਕੇ ਦੇਖ ਲਿਆ ਵੀ ਪਰਮਾਤਮਾ ਵਰਗਾ ਦੂਜਾ ਕੋਈ ਹੋਰ ਹੈ ਹੀ ਨਹੀਂ, ਉਹਦੇ ਬਰਾਬਰ ਕੋਈ, ਉਹਦੇ ਵਰਗਾ ਨਹੀਂ ਹੈ ਕੋਈ, ਉਹ ਆਪ ਹੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹ ਆਪਣਾ ਖੇਲ ਮਾਲਕ ਦਾ, ਉਹਦੀ ਜੇ ਉਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਤੇ ਆਪਣਾ ਜਿਹੜਾ ਅੰਤ ਉਹੀਓ ਜਾਣ ਸਕਦਾ, ਕੋਈ ਹੋਰ ਦੂਜਾ ਜਾਣ ਨਹੀਂ ਸਕਦਾ। ਇਸ ਲਈ ਉਹਨਾਂ ਨੂੰ ਬੇਅੰਤ ਕਹਿ ਦਿੱਤਾ, ਤੂੰ ਬੇਅੰਤ ਕੋ ਵਿਰਲਾ ਜਾਣੇ। ਬਈ ਉਸ ਬੇਅੰਤ ਨੂੰ ਵੀ ਕੋਈ ਵਿਰਲਾ ਹੀ ਜਾਣ ਸਕਦਾ, ਜਿਨ੍ਹਾਂ ਨੂੰ ਆਪ ਜਣਾਵੇ। ਜਿਸੇ ਜਣਾਵੇ ਸੋਈ ਜਨ ਜਾਣੇ। ਬਈ ਜਿਹਨੂੰ ਮਾਲਕ ਆਪਣਾ ਆਪ ਜਣਾਵੇ ਉਹੀਓ ਉਹਨੂੰ ਜਾਣ ਸਕਦਾ ਮਾਲਕ ਨੂੰ। ਪਰ ਉਹਨੂੰ ਜਾਣ ਕੇ ਵੀ ਫਿਰ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਗੁਰੂ ਨਾਨਕ ਦੇਵ ਜੀ ਆਪ ਸਤਿਗੁਰੂ ਸੀ, ਮਾਲਕ ਨੇ ਆਪਣਾ ਹੀ ਰੂਪ ਦੇ ਕੇ ਉਹਨਾਂ ਨੂੰ ਭੇਜਿਆ ਸੰਸਾਰ ਦੇ ਵਿੱਚ। ਪਰ ਗੁਰੂ ਨਾਨਕ ਦੇਵ ਜੀ ਨੇ ਵੀ ਇਹ ਆਖਿਆ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰਬਾਣੀ 'ਚ ਉਹਨਾਂ ਨੇ ਆਖਿਆ ਵੀ ਅਜੇ ਖੋਜ ਬੰਦ ਨਹੀਂ ਹੋਈ। ਉਹਨਾਂ ਨੇ ਕੋਈ ਇਹ ਨਹੀਂ ਦੱਸ ਦਿੱਤਾ ਵੀ ਜਿੱਥੇ ਤੱਕ ਅਸੀਂ ਜਾਏ ਵੀ ਇੱਦੋਂ ਗਾਂਹ ਹੋਰ ਕੋਈ ਜਾ ਨਹੀਂ ਸਕਦਾ। ਮਹਾਰਾਜ ਕਹਿੰਦੇ ਵੀ ਇਹਦਾ ਅੰਤ ਹੀ ਨਹੀਂ ਹੈ, ਵੀ ਜਿਹੜਾ ਮੇਰਾ ਇੱਕ ਗੁਰਸਿੱਖ ਉਹ ਅੱਗੇ ਵੀ ਜਾ ਸਕਦਾ। ਵੀ ਉਹਨਾਂ ਨੇ ਇਹ ਨਹੀਂ ਵੀ ਜਿੱਥੇ ਅਸੀਂ ਚਲੇ ਗਏ ਵੀ ਉੱਥੇ ਹੋਰ ਕੋਈ ਜਾ ਨਹੀਂ ਸਕਦਾ। ਮਹਾਰਾਜ ਕਹਿੰਦੇ ਬੇਅੰਤ ਹੈ ਮਾਲਕ, ਬੇਅੰਤ ਇਲਾਕਾ ਹੈ ਉਸ ਦਾ, ਅਨਹਦ ਹੈ। ਵੀ ਤੁਸੀਂ ਜਿੱਥੇ ਤੱਕ ਮਰਜ਼ੀ ਅੱਗੇ ਦੀ ਅੱਗੇ ਜਾ ਸਕਦੇ ਹੋ।
इस वास्ते फिर आपां नूं गुरबाणी च महाराज ने आख्या भी खोज अजे बंद नहीं हुई, तुसीं इस तो अगे भी खोज कर सकते हो, पर करांगे तां ही जे साडा मन जागेगा। तो जे सोचा ही रहे तो फिर तो खोज कर नहीं सकते। इस वास्ते फिर आपां नूं कहंदे भी सुते ना रहो, तुसीं जागो, जाके तुसीं पहलां अपने आपे दी खोज करो, अपना जिहड़ा ये शरीर है ब्रह्मंड है इसकी खोज करो। जिवें हुण विग्यान तां इन्ना करोड़ां अरबां खर्च करके वो होरां खंडां ब्रह्मंडां की खोज करदे, उत्थे जांदे, ते आपां नूं महाराज ने दस दिता भी तुसीं मन नूं जगा लो, ते जगा के तुसीं नाम दुबारा किते भी जा सकदे। जिन्ने भी ये खंड ब्रह्मंड सब नाम दे विच परोए हुए ने, ते तुसीं नाम दे नाल जुड़ गए शब्द गुरु दे, ते तुसीं वो शब्द गुरु च समा के साडी सुरती ने फिर सफ़र करना है। तो सुरती का जिहड़ा सफ़र, सुरती की जिहड़ी स्पीड वो सब तो ज़्यादा है। हुण अपना मन है जिहड़ा इन्ना तेज चलदा है, एक क्षण दे विच ही ये चारां दसां दिशावां दा चक्कर ला के आ जांदा अख दे फलकारे नाल। इन्ना ज़्यादा इहदी जिहड़ा साडा मन है भी इहदी रफ्तार मन दी, ते जे नाम दे विच समा जावे ते किन्नी रफ्तार नाल ही जाएगा। संसार दी कोई भी रफ्तार उन्नी नहीं है जिन्नी कि साडी सुरती दी, साडे मन दी। इस वास्ते फिर गुरु नानक देव जी ने आपां नूं दस्सिआ बई असल जिहड़ी खोज वो साडे मन ने करनी। खोज तां होएगी जे असीं सुखम नूं मन्नांगे, तां विग्यान तां सुखम नूं मनदा नहीं, ये तां दृष्ट मन नूं मनदा जिहड़ी चीज़ नज़र आउंदी। ते इस वास्ते जे वो सुखम नूं मन्नेगा, नाम नूं मन्नेगा, फिर तो एक खोज अगे चलेगी, नहीं तो मत्था ही मारते रहना। इस वास्ते फिर गुरु नानक देव जी ने आपां नूं पहलां ही ये सारा दस्सिआ होया भी जिवें ये विग्यान है जिहड़ी असल दी नकल, ये रीस, जिवें एक बरसाती कीड़े हुंदे, बारिश हुंदी ना कीड़े पैदा हो जाते, तो उन्हां दे मसल तो बने नहीं हुंदे, उन्हां दे खंभ उगे हुंदे। जदों खंभ उन्हां दे निकलदे ते वो डारी मारदे, इक्को ही डारी मारदे ते खंभ टुट जांदे, उन्हां ते थल्ले डिग पैंदे। वो अवस्था है विग्यान दी, ये डारी मारदा फिर मूधे मूँह थल्ले डिगदा। जिवें हुण आपां देखदे भी विग्यान जदों कोई भी चीज़ बनाउंदा सानूं लगदा बड़ी तरक्की कीती जी, बड़े फायदे ने, पर उहदे नुकसान सानूं बाद चों पता लगदा भी इहदे फायदे नहीं, इहदे इन्ने नुकसान भी। इस वास्ते फिर महाराज कहंदे भी ये नकल सुन गल्लां आकाश की पीटां आई रीस, भी ये नकल असल दी ये रीस कीती है, पर ये रीस भी जिहड़ी ये सानूं महंगी पै जांदी। भी ये फिर जिवें वो बरसाती कीड़ा जदों उड़दा ते मूधे मूँह थल्ले डिगदा, इसे तरह ही फिर ये विग्यान, असीं उपर जाने फिर मूधे मूँह थल्ले डिगदे। इस वास्ते फिर आपां नूं समझाउंदे बई असल जिहड़ी खोज तां चलेगी जे असीं नाम नूं मन्नांगे, जे असीं नाम दे विच समावांगे ते फिर साडे मन ने अगे चलना है। फिर महाराज दसदे कई कोट पार ब्रह्म के दास, तैन होवत आत्म प्रगास। करोड़ां ही जिहड़े पार ब्रह्म परमात्मा दे दास ने, मालक दे जिहड़े उहदी भगती करके मालक च समा गए, नाम च समा गए, उन्हां नूं दास कहंदे ने। जिन्हां दे मन च पार ब्रह्म दा वास है, जिसके अंतर पार ब्रह्म का निवास, तिसका नाम सत रामदास। बई वो राम दे दास, वो पार ब्रह्म दे दास,
ਤੇ ਜਿਹੜੇ ਦਾਸ ਉਹਨਾਂ ਨੂੰ ਫਿਰ ਆਤਮ ਪ੍ਰਕਾਸ਼ ਹੋ ਜਾਂਦਾ, ਉਹਨਾਂ ਦੇ ਅੰਦਰ ਫਿਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ। ਐਸੇ ਜਿਹੜੇ ਗੁਰਮੁਖ ਪਾਰ ਬ੍ਰਹਮ ਦੇ ਦਾਸ ਮਾਰੇ ਕਹਿੰਦੇ ਕਰੋੜਾਂ, ਵੀ ਹੋਰਾਂ ਖੰਡਾਂ ਬ੍ਰਹਿਮੰਡਾਂ 'ਚ ਵੀ ਇਹ ਸਾਰੇ ਮਾਲਕ ਦੇ ਦਾਸ ਪਰਮਾਤਮਾ ਦੇ ਗੁਰਮੁਖ ਜਿਹੜੇ ਉਹਦੀ ਭਗਤੀ ਕਰਦੇ, ਜਿਨ੍ਹਾਂ ਦੇ ਹਿਰਦੇ 'ਚ ਆਤਮਾ ਦਾ ਪ੍ਰਕਾਸ਼ ਹੈ ਤੇ ਜਿਹੜੇ ਮਾਲਕ ਦੇ ਵਿੱਚ ਲੀਨ ਨੇ। ਫੇਰ ਮਾਰੇ ਕਹਿੰਦੇ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨਿਚਰੇ। ਕਈ ਕਰੋੜਾਂ ਜੀਵ ਜਿਹੜੇ ਤੱਤ ਨੂੰ ਜਾਣਨ ਵਾਲੇ, ਤੱਤ ਕਹਿੰਦੇ ਨਾਮ, ਹਰ ਤੱਤ, ਬੀਜ ਮੰਤਰ, ਸਹਿਜ ਧੁਨ, ਨਾਦ, ਸ਼ਬਦ ਗੁਰੂ, ਅਨਹਦ ਬਾਣੀ, ਇਹਨੂੰ ਤੱਤ ਆਖਿਆ ਨਾਮ। ਕਈ ਜੀਵ ਐਸੇ ਜਿਹੜੇ ਗੁਰਬਾਣੀ ਵੀ ਪੜ੍ਹਦੇ, ਤ੍ਰੈ ਗੁਣਾਂ 'ਚ ਪੜ੍ਹਦੇ, ਪਰ ਉਹ ਇਹ ਹਰ ਤੱਤ ਨੂੰ ਜਾਣਦੇ ਨਹੀਂ। ਜਿਸ ਨੂੰ ਮਹਾਰਾਜ ਕਹਿੰਦੇ ਤ੍ਰੈ ਗੁਣ ਪੜ੍ਹੇ ਹਰ ਤੱਤ ਨਾ ਜਾਣੀ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੀ। ਬਈ ਉਹਨਾਂ ਨੂੰ ਤੱਤ ਦਾ ਪਤਾ ਨਹੀਂ, ਗੁਰਬਾਣੀ ਪੜ੍ਹਦੇ ਨੂੰ ਸਾਰੀ ਉਮਰ ਹੋ ਗਈ, ਪੁੱਛੋ ਵੀ ਤੱਤ ਕੀ ਹੈ, ਨਾਮ ਕੀ ਹੈ, ਨਾਮ ਦਾ ਪਤਾ ਹੀ ਨਹੀਂ ਜੀ। ਤੇ ਸਤਿਗੁਰੂ ਕਹਿੰਦੇ ਵੀ ਕਰੋੜਾਂ ਐਸੇ ਜੀਵ ਜਿਹੜੇ ਫਿਰ ਤੱਤ ਨੂੰ ਜਾਣਨ ਵਾਲੇ, ਜਿਹੜੇ ਨਾਮ ਨੂੰ ਜਾਣਦੇ, ਜਿਨ੍ਹਾਂ ਨੂੰ ਨਾਮ ਦਾ ਭੇਤ ਹੈ, ਜਿਹੜੇ ਨਾਮ 'ਚ ਸਮਾਏ। ਤੇ ਐਸੇ ਫਿਰ ਗੁਰਮੁਖ ਜਿਹੜੇ ਸਦਾ ਹੀ ਫਿਰ ਉਹ ਮਾਲਕ ਨੂੰ ਨਿਹਾਰਦੇ, ਪਰਮਾਤਮਾ ਨੂੰ ਇਹਨਾਂ ਨੇਤਰਾਂ ਦੁਆਰਾ ਉਹ ਮਾਲਕ ਨੂੰ ਹੀ ਦੇਖਦੇ, ਅੰਦਰ ਵੀ ਦੇਖਦੇ ਆਤਮ ਪ੍ਰਕਾਸ਼ ਤੇ ਬਾਹਰ ਵੀ ਦੇਖਦੇ ਮਾਲਕ ਦਾ ਪ੍ਰਕਾਸ਼। ਉਹ ਸਦਾ ਹੀ ਉਹ ਇੱਕੋ ਨੂੰ, ਮਾਲਕ ਨੂੰ ਫਿਰ ਆਪਦੇ ਨੇਤਰਾਂ ਦੁਆਰਾ ਤੱਕਦੇ ਰਹਿੰਦੇ, ਮਾਲਕ ਨੂੰ ਦੇਖਦੇ ਰਹਿੰਦੇ, ਦੇਖ ਦੇਖ ਕੇ ਉਹਦੀ ਸੇਵਾ ਕਰਦੇ, ਮਾਲਕ ਦੀ ਪੂਜਾ ਕਰਦੇ। ਜਿਸ ਨੂੰ ਮਹਾਰਾਜ ਕਹਿੰਦੇ ਨਦਰੀ ਸਤਿਗੁਰ ਸੇਵੀਏ, ਨਦਰੀ ਸੇਵਾ ਹੋਈ, ਨਦਰੀ ਇਹ ਮਨ ਵਾਸਾ ਹੋਈ, ਨਦਰੀ ਮਨ ਨਿਰਮਲ ਹੋਈ। ਵੀ ਉਹ ਫਿਰ ਇਹਨਾਂ ਨੇਤਰਾਂ ਦੁਆਰਾ, ਨਦਰਾਂ ਦੁਆਰਾ ਮਾਲਕ ਦੀ ਸੇਵਾ ਕਰਦੇ, ਨਦਰਾਂ ਦੁਆਰਾ ਹੀ ਉਹਨਾਂ ਦਾ ਮਨ ਨਿਰਮਲ ਰਹਿੰਦਾ, ਨਦਰਾਂ ਦੁਆਰਾ ਹੀ ਉਹ ਮਨ ਵਸ ਵਿੱਚ ਰਹਿੰਦਾ। ਇਸ ਤਰ੍ਹਾਂ ਫਿਰ ਮਹਾਰਾਜ ਕਹਿੰਦੇ ਵੀ ਕਰੋੜਾਂ ਹੀ ਫਿਰ ਕੋਟ ਐਸੇ ਜੀਵ ਜਿਹੜੇ ਤੱਤ ਨੂੰ ਜਾਣਦੇ, ਨਾਮ ਨੂੰ, ਜਿਹੜੇ ਹਰੀ ਨੂੰ ਜਾਣਦੇ, ਪਰਮਾਤਮਾ ਨੂੰ, ਮਾਲਕ ਦੇ ਸਨਮੁਖ ਹੋ ਕੇ ਸਦਾ ਹੀ ਪਰਮਾਤਮਾ ਨੂੰ ਦੇਖਦੇ, ਸਦਾ ਹੀ ਉਹਦੀ ਸੇਵਾ ਕਰਦੇ। ਫੇਰ ਮਾਰੇ ਕਹਿੰਦੇ ਕਈ ਕੋਟ ਨਾਮ ਰਸ ਪੀਵੇ, ਅਮਰ ਭਏ ਸਦ ਸਦ ਹੀ ਜੀਵੇ। ਕਰੋੜਾਂ ਐਸੇ ਜੀਵ ਜਿਹੜੇ ਫਿਰ ਨਾਮ 'ਚ ਸਮਾ ਕੇ ਮਾਲਕ ਦੇ ਸਨਮੁਖ ਹੋ ਕੇ ਉਹ ਅੰਮ੍ਰਿਤ ਪੀਂਦੇ, ਉਹ ਨਾਮ ਰਸ ਦੀ ਉਹਨਾਂ ਨੇ ਪ੍ਰਾਪਤੀ ਕਰ ਲਈ। ਨਾਮ ਰਸ ਕਹਿੰਦੇ ਅੰਮ੍ਰਿਤ ਰਸ, ਹਰ ਰਸ, ਬ੍ਰਹਮ ਰਸ, ਆਤਮ ਰਸ। ਇਹ ਸਾਡੇ ਮਨ ਦੀ ਖੁਰਾਕ ਹੈ, ਸਾਡੇ ਮਨ ਦਾ ਭੋਜਨ ਅੰਮ੍ਰਿਤ। ਜਦੋਂ ਅਸੀਂ ਉਹ ਅੰਮ੍ਰਿਤ ਨੂੰ ਪੀਂਦੇ ਹਾਂ ਫਿਰ ਅਸੀਂ ਅਮਰ ਹੋ ਜਾਂਦੇ, ਅਸੀਂ ਸਦਾ ਸਦਾ ਜਿਉਂਦੇ ਹੋ ਜਾਂਦੇ, ਦੁਬਾਰਾ ਸਾਡੀ ਮੌਤ ਨਹੀਂ ਆਉਂਦੀ। ਇਸ ਲਈ ਮਹਾਰਾਜ ਕਹਿੰਦੇ ਅੰਮ੍ਰਿਤ ਪੀਵੇ ਅੰਮ੍ਰਿਤ ਹੋਵੇ। ਹੁਣ ਉਹ ਅੰਮ੍ਰਿਤ ਕਿੱਥੇ ਹੈ ਜਿਹੜਾ ਅੰਮ੍ਰਿਤ ਪੀਣ ਦੇ ਨਾਲ ਅਸੀਂ ਅਮਰ ਹੋ ਜਾਂਦੇ, ਅਸੀਂ ਸਦਾ ਜਿਉਂਦੇ ਰਹਿੰਦੇ। ਉਹ ਅੰਮ੍ਰਿਤ ਸਾਡੇ ਸਭ ਦੇ ਅੰਦਰ, ਜਿੰਨੇ ਵੀ ਇਹ ਸਰੀਰ ਘਟ ਨੇ ਸਭ ਦੇ ਅੰਦਰ ਸਾਡੇ ਅੰਮ੍ਰਿਤ ਮੌਜੂਦ ਹੈ। ਮਹਾਰਾਜ ਫਰਮਾਉਂਦੇ ਜੇਤੇ ਘਟ ਸਭ ਹੀ ਮੈਂ ਅੰਮ੍ਰਿਤ, ਜਿਸ ਭਾਵੇ ਤਿਸੇ ਪਿਆਈ। ਹੁਣ ਅੰਮ੍ਰਿਤ ਹੈ ਤਾਂ ਸਾਡੇ ਸਭ ਦੇ ਅੰਦਰ, ਪਰ ਸਾਨੂੰ ਭੇਤ ਨਹੀਂ ਆਉਂਦਾ। ਜਿਵੇਂ ਮਹਾਰਾਜ ਕਹਿੰਦੇ ਵੀ ਇੱਕ ਮਿਰਗ ਹਿਰਨ, ਉਹਦੇ ਅੰਦਰ ਕਸਤੂਰੀ ਹੁੰਦੀ, ਉਹ ਕਸਤੂਰੀ ਦੇ ਅੰਦਰੋਂ ਖੁਸ਼ਬੂ ਪੈਦਾ ਹੁੰਦੀ। ਹੁਣ ਉਹਨੂੰ ਇਹ ਨਹੀਂ ਪਤਾ ਵੀ ਉਹ ਖੁਸ਼ਬੂ ਮੇਰੇ ਅੰਦਰ, ਉਹ ਬਾਹਰੋਂ ਲੱਭਦਾ
ਉਹ ਬਾਹਰ ਭੱਜਦਾ, ਬਾਹਰ ਭੱਜਦਾ, ਉਹ ਭੱਜ ਭੱਜ ਕੇ ਬਾਹਰ ਲੱਭ ਲੱਭ ਕੇ ਜਾਨ ਦੇ ਦਿੰਦਾ ਹੈ, ਪਰ ਉਹਨੂੰ ਇਹ ਨਹੀਂ ਪਤਾ ਵੀ ਮੇਰੇ ਉਹ ਅੰਦਰ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਅੰਮ੍ਰਿਤ ਸਾਡੇ ਅੰਦਰ ਪਿਆ, ਪਰ ਮਨਮੁਖ ਜੀਵ ਨੇ ਉਹਦਾ ਕਦੇ ਸਵਾਦ ਚੱਖਿਆ ਨਹੀਂ, ਉਹਨੂੰ ਪਤਾ ਨਹੀਂ ਹੈ ਵੀ ਮੇਰੇ ਅੰਦਰ ਅੰਮ੍ਰਿਤ ਕਿੱਥੇ ਕੁੰਡ ਭਰ ਕੇ ਰੱਖਿਆ ਮਾਲਕ ਨੇ, ਪਰ ਉਹਨੂੰ ਉਸ ਚੀਜ਼ ਦਾ ਗਿਆਨ ਨਹੀਂ ਹੈ। ਮਹਾਰਾਜ ਫਰਮਾਉਂਦੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ, ਜਿਉ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਵੀ ਮਨਮੁਖਾਂ ਨੇ ਉਹਦਾ ਕਦੇ ਸਵਾਦ ਚੱਖਿਆ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੇ ਅੰਦਰ ਅੰਮ੍ਰਿਤ ਕਿੱਥੇ ਪਿਆ। ਤੇ ਕਈ ਫਿਰ ਐਸੇ ਕਰੋੜਾਂ ਗੁਰਮੁਖ ਜਿਹੜੇ ਫਿਰ ਨਾਮ ਰਸ ਪੀਂਦੇ, ਜਿਨ੍ਹਾਂ ਨੂੰ ਇਹ ਭੇਤ ਆ ਗਿਆ ਵੀ ਸਾਡੇ ਅੰਦਰ ਅੰਮ੍ਰਿਤ ਹੈ, ਉਹ ਫਿਰ ਉਸ ਅੰਮ੍ਰਿਤ ਨੂੰ ਲੈ ਕੇ ਉਹ ਸਦਾ ਵਾਸਤੇ ਅਮਰ ਭਏ ਸਦ ਸਦ ਹੀ ਜੀਵੇ, ਉਹ ਅਮਰ ਹੋ ਗਏ, ਉਹ ਸਦਾ ਜਿਉਂਦੇ ਹੋ ਗਏ, ਉਹ ਕਦੇ ਮਰਦੇ ਨਹੀਂ ਹੈ। ਫਿਰ ਮਹਾਰਾਜ ਕਹਿੰਦੇ ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਸੁਖ ਸਹਿਜ ਸਮਾਵੇ। ਕਈ ਮਹਾਰਾਜ ਕਹਿੰਦੇ ਵੀ ਕਰੋੜਾਂ ਫਿਰ ਜਿਹੜੇ ਗੁਰਮੁਖ ਨਾਮ ਦੇ ਗੁਣ ਗਾਉਂਦੇ, ਨਾਮ ਦੀ ਵਡਿਆਈ, ਨਾਮ ਦੀ ਮਹਿਮਾ ਕਰਦੇ, ਨਾਮ ਦੀ ਉਸਤਤ ਕਰਦੇ, ਫਿਰ ਉਹ ਮਹਾਰਾਜ ਕਹਿੰਦੇ ਆਤਮ ਰਸ ਸੁਖ ਸਹਿਜ ਸਮਾਵੇ। ਫਿਰ ਉਹ ਆਤਮ ਰਸ ਦੀ, ਨਾਮ ਰਸ ਦੀ, ਅੰਮ੍ਰਿਤ ਰਸ ਦੀ ਪ੍ਰਾਪਤੀ ਕਰਕੇ ਫਿਰ ਉਹ ਸਹਿਜ ਦੇ ਵਿੱਚ ਸਮਾ ਜਾਂਦੇ, ਸਹਿਜ ਆਪਣਾ ਘਰ। ਜਦੋਂ ਅਸੀਂ ਸਹਿਜ 'ਚ ਸਮਾਵਾਂਗੇ, ਸਹਿਜ 'ਚ ਜਾਵਾਂਗੇ, ਤੇ ਫਿਰ ਸਾਨੂੰ ਇਸ ਸੰਸਾਰ ਦਾ ਜਿਹੜਾ ਦੁੱਖ ਸੁੱਖ ਹੈ ਇਹ ਨਹੀਂ ਵਿਆਪਦਾ, ਇਹ ਨਹੀਂ ਲੱਗਦਾ। ਆਇਓ ਮਹਾਰਾਜ ਕਹਿੰਦੇ ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿਥੇ ਊਂਘ ਨ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿਥੇ ਆਤਮ ਰਾਮ ਪ੍ਰਗਾਸ। ਵੀ ਉੱਥੇ ਸਾਨੂੰ ਫਿਰ ਇਹ ਦੁੱਖ ਸੁੱਖ ਨਹੀਂ ਲੱਗਦਾ, ਜਿੱਥੇ ਉਹ ਆਤਮ ਰਸ, ਆਤਮ ਰਾਮ ਹੈ, ਜਿੱਥੇ ਫਿਰ ਉਹ ਸਾਡਾ ਘਰ ਸਹੀ ਦੇ ਵਿੱਚ ਗੁਰਮੁਖ ਨੇ ਜਿਹੜੇ ਉਹ ਸਮਾ ਜਾਂਦੇ। ਫਿਰ ਮਹਾਰਾਜ ਕਹਿੰਦੇ ਆਪਣੇ ਜਨ ਕੋ ਸਾਥ ਸਾਥ ਸੰਭਾਰੇ, ਨਾਨਕ ਵੇ ਪਰਮੇਸ਼ਰ ਕੀ ਪਿਆਰੇ। ਵੀ ਜਿਹੜੇ ਗੁਰਮੁਖ ਫਿਰ ਇਸ ਸਹਿਜ ਵਿੱਚ ਸਮਾ ਗਏ, ਉਹ ਫਿਰ ਹਰੀ ਦੇ ਜਨ ਹੋ ਗਏ, ਤੇ ਆਪਣੇ ਜਨਾਂ ਨੂੰ ਉਹ ਫਿਰ ਸਾਥ ਸਾਥ ਮਾਲਕ ਉਹਨਾਂ ਦੀ ਰੱਖਿਆ ਕਰਦਾ, ਉਹਨਾਂ ਦੀ ਪ੍ਰਤਿਪਾਲਨਾ ਕਰਦਾ, ਉਹਨਾਂ ਨੂੰ ਸੰਭਾਲਦਾ। ਜਿਵੇਂ ਆਪਾਂ ਨੂੰ ਮਾਤਾ ਦੇ ਗਰਭ ਦੇ ਵਿੱਚ ਸਾਡੀ ਰੱਖਿਆ ਕੀਤੀ, ਮਾਤਾ ਦੇ ਗਰਭ ਦੇ ਵਿੱਚ ਸਾਨੂੰ ਆਪਦੇ ਨਾਮ ਦੇ ਨਾਲ ਜੋੜ ਕੇ ਉਹਨੇ ਉੱਥੇ ਸਾਨੂੰ ਅਗਨ ਨਹੀਂ ਲੱਗਣ ਦਿੱਤੀ। ਮਹਾਰਾਜ ਕਹਿੰਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈ ਤੁਮ ਰੱਖਣ ਹਾਰੇ। ਵੀ ਮਾਤਾ ਦੇ ਗਰਭ 'ਚ ਜਿੱਥੇ ਅਗਨ ਦੇ ਭਾਂਬੜ ਮੱਚਦੇ, ਵੀ ਉਸੇ ਤੋਂ ਸਾਡੀ ਰੱਖਿਆ ਕੀਤੀ, ਆਪਦੇ ਨਾਮ ਦੀ ਦਾਤ ਦੇ ਕੇ ਸਾਨੂੰ ਉੱਥੇ ਸਾਥ ਸਾਥ ਸੰਭਾਲਿਆ। ਇਸੇ ਤਰ੍ਹਾਂ ਹੀ ਫਿਰ ਭਗਤਾਂ ਦੀ, ਗੁਰਮੁਖਾਂ ਦੀ, ਹਰੀ ਦੇ ਜਨਾਂ ਦੀ ਮਾਲਕ ਇਹ ਮਾਇਆ ਦੇ ਵਿੱਚ ਰੱਖਿਆ ਕਰਦਾ। ਇਹ ਮਾਇਆ ਨੂੰ ਵੀ ਅਗਨ ਦਾ ਨਾਮ ਦਿੱਤਾ, ਫਿਰ ਇੱਥੇ ਉਹਨਾਂ ਨੂੰ ਸੇਕ ਨਹੀਂ ਲੱਗਣ ਦਿੰਦਾ, ਸਾਥ ਸਾਥ ਉਹਨਾਂ ਨੂੰ ਸੰਭਾਲਦਾ, ਉਹਨਾਂ ਦੀ ਰੱਖਿਆ ਕਰਦਾ, ਉਹਨਾਂ ਦੀ ਪ੍ਰਤਿਪਾਲਨਾ ਕਰਦਾ। ਕਿਉਂ? ਕਿਉਂਕਿ ਉਹ ਮਾਲਕ ਦੇ, ਪਰਮੇਸ਼ਰ ਦੇ ਪਿਆਰੇ, ਉਹ ਮਾਲਕ ਦੀ ਭਗਤੀ ਕਰਦੇ, ਬੰਦਗੀ ਕਰਦੇ। ਤੇ ਜਦੋਂ ਅਸੀਂ ਮਾਲਕ ਦਾ ਸਿਮਰਨ ਕਰਦੇ, ਫਿਰ ਅਸੀਂ ਮਾਲਕ ਨੂੰ ਵੀ ਪਿਆਰੇ ਲੱਗਦੇ, ਅਸੀਂ ਉਹਦੇ ਪਿਆਰੇ ਬਣ ਜਾਂਦੇ। ਇਸ ਲਈ ਮਹਾਰਾਜ ਕਹਿੰਦੇ ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਵੀ ਜਿਹੜਾ ਹਰੀ ਦਾ ਪਿਆਰਾ, ਮਾਲਕ ਦਾ, ਉਹ ਸਭਨਾਂ ਦਾ ਹੀ ਪਿਆਰਾ, ਉਹਦਾ ਕਿਸੇ ਨਾਲ ਕੋਈ ਵੈਰ ਵਿਰੋਧ ਹੈ ਹੀ ਨਹੀਂ, ਕਿਸੇ ਨਾਲ ਉਹਦਾ ਕੋਈ ਈਰਖਾ ਨਫ਼ਰਤ ਨਹੀਂ ਹੈ, ਕਿਸੇ ਲਈ ਉਹ ਮੰਦਾ ਨਹੀਂ ਸੋਚਦਾ, ਕਿਸੇ ਨਾਲ ਉਹਦਾ ਕੋਈ ਵਿਤਕਰਾ ਨਹੀਂ ਹੈ। ਬੇਸ਼ੱਕ ਉਹਦੇ ਨਾਲ ਜੀਵ ਦੁੱਧ ਵੈਰ ਵਿਰੋਧ ਕਰਨ, ਪਰ ਉਹ ਨਹੀਂ ਕਿਸੇ ਨਾਲ ਕਰਦਾ, ਉਹ ਸਭਨਾਂ ਦਾ ਹੀ ਪਿਆਰਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਜਿਹੜਾ ਹਰੀ ਦਾ ਪਿਆਰਾ, ਪਰਮਾਤਮਾ ਦਾ, ਉਹ ਸਭਨਾਂ ਦਾ ਪਿਆਰਾ, ਉਹਦੇ ਮਨ ਦੀ ਅਵਸਥਾ ਹੈ।
पर होर जीव ने जिहड़े वो जरूरी नहीं भी ਉਹਨੂੰ ਆਪਦਾ ਪਿਆਰਾ ਹੀ ਸਮਝਦੇ, ਉਹਨੂੰ ਸੱਜਣ ਸਮਝਦੇ, ਉਹਦੇ ਨਾਲ ਤਾਂ ਵੈਰ ਵਿਰੋਧ ਵੀ ਕਰਦੇ, ਉਹਦੀ ਨਖੇਦੀ ਵੀ ਕਰਦੇ, ਉਹਦੀ ਨਿੰਦਿਆ ਵੀ ਕਰਦੇ, ਉਹਦੇ ਨਾਲ ਈਰਖਾ ਨਫ਼ਰਤ ਵੀ ਕਰਦੇ, ਉਹਦੀ ਬੁਰਾਈ ਵੀ ਕਰਦੇ। ਪਰ ਉਹ ਨਿਰਵੈਰ ਹੈ, ਉਹ ਕਿਸੇ ਨਾਲ ਵੈਰ ਨਹੀਂ ਰੱਖਦਾ, ਉਹਦੇ ਅੰਦਰ ਗੁਣ ਹੈ ਮਾਲਕ ਵਾਲਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਆਪਣੇ ਜਨਾਂ ਨੂੰ ਫਿਰ ਮਾਲਕ ਉਹ ਸਾਸ ਉਹਨਾਂ ਦੀ ਪ੍ਰਤ ਪਾਲਣਾ ਕਰਦਾ, ਉਹ ਪਰਮਾਤਮਾ ਦੇ ਪਿਆਰੇ ਨੇ। ਤੇ ਆਪਾਂ ਨੂੰ ਵੀ ਹੁਣ ਕਹਿੰਦੇ ਵੀ ਆਪਾਂ ਵੀ ਮਾਲਕ ਦੇ ਪਿਆਰੇ ਬਣੀਏ। ਉਹਦੇ ਵਾਸਤੇ ਫਿਰ ਇਹ ਆਪਾਂ ਸਿਮਰਨ ਕਰਦੇ ਹਾਂ ਵੀ ਤਾਂ ਕਿ ਸਾਨੂੰ ਮਾਲਕ ਆਪਣਾ ਬਣਾ ਲਵੇ, ਅਪਣਾ ਲਵੇ। ਆਓ ਹੁਣ ਜੋ ਸਤਿਗੁਰੂ ਆਪਾਂ ਨੂੰ ਇਹ ਅਭਿਆਸ ਦੱਸ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
खालसा वाहिगुरु जी की फतेह। ज्यों-ज्यों इस तरीके गुरमुखों आप सिमरन करते हैं त्यों-त्यों अपना मन निर्मल होंदा। ज्यों-ज्यों साडा मन निर्मल होएगा त्यों-त्यों साडा मालक दे नाल प्रेम पएगा, त्यों-त्यों असीं इस मार्ग दे उत्ते चलांगे। इस वास्ते जे तां साडा मन मैला है फिर मैला मन एक नूं नहीं ध्यानदा, उसे मन नहीं करता। ਜਦੋਂ ਅਸੀਂ ਫਿਰ सत्संगत करते हैं, सतगुरां दे उपदेश नूं सुणदे हां, साडा मन तो मैल उतरदी, फिर ही असीं इस मार्ग दे उत्ते चलदे हां। इस वास्ते हुण ये मन नूं निर्मल करन वास्ते ये आवा वस वस सिमरन करना, मालक दे गुण गाउने, बहिंदे उठदे काम कार करते, काम कार आप हसां पैरां नाल करते, मुख जवारा आप सिमरन कीती जाण। मारे फरमाउंदे नामा कहे तलोचना, मुख ते राम संभाल, हाथ पाऊं कर काम सब चीत निरंजन नाल। कि हथां पैरां नाल काम करो, मुख द्वारा सिमरन करो। बई वो गल्लां ना करो संसार च जिन्हां दा सानूं कोई फायदा, किसी दी निंदिया ना करो, किसी दे औगण ना फरोलो, किसी दे औगण देखो ना, औगणां दी सांझ ना पाओ किसी नाल बैठ के, वो साडे मन ते मैल लगदी, उहदे नाल सानूं सज़ा मिलदी है। ते जदों आपां सिमरन करांगे, अभ्यास करांगे तो साडा मन निर्मल होएगा ही होएगा। निर्मल तां नहीं हुंदा जदों असीं परहेज नहीं रखते, असीं रहता नहीं रखते। इसलिए फिर आपां नूं गुरबाणी गुरु विच साडे जीवन की जांच दसी है भी असीं किवें जिउणा, किवें सानूं जिउण दा ढंग दस्से भी किहड़े तरीके किहड़ी जुगती करके असीं जीवन की बाजी नूं हारदे हां, क्यों सानूं सज़ा मिलदी, क्यों सानूं वापस जूनां च भेजिया जांदा। ते हुण असीं ऐसा किहड़ा कर्म करिए भी साडा जन्म मरण दा गेड़ ही खत्म हो जाए, भी सानूं सज़ा ना मिले, सानूं शाबाश मिले, असीं सदा वास्ते मालक च लीन हो जाइए। फिर उहदे वास्ते आपां नूं इह जिउण दी जुगत दसी, ढंग दसी, जिस नूं महाराज कहंदे मत विच मरण जीवन होर कैसा, जां जीवां तां जुगत नाही। जे सानूं जुगती आउंदी नहीं जिउण दी, फिर साडा जीवन वैर विरोध वाला हुंदा, लड़ाइयां झगड़ियां वाला, ईरखा नफरत वाला, हौमे हंकार वाला, फिक्का बोलदे। फिर असीं दूसरिਆਂ ਦੇ ਔਗਣ ਦੇਖਾਂਗੇ, ਉਹਨਾਂ ਦੀ ਨਿੰਦਿਆ ਕਰਾਂਗੇ, ਔਗਣਾਂ ਦੀ ਸਾਂਝ ਪਾਵਾਂਗੇ। ਫਿਰ ਇਹ ਜੀਵਨ ਹੈ ਜਿਹੜਾ ਇਹ ਮਨਮੁਖਾਂ ਵਾਲਾ, ਤੇ ਆਪਾਂ ਨੂੰ ਕਹਿੰਦੇ ਵੀ ਗੁਰਮੁਖਾਂ ਵਾਲਾ ਜੀਵਨ ਨੂੰ, ਗੁਰਮੁਖਾਂ ਦਾ ਫਿਰ ਜਿਹੜਾ ਜੀਵਨ ਉਹ ਪ੍ਰੇਮ ਦਾ ਮਾਰਗ, ਉਹਦੇ ਵਾਸਤੇ ਫਿਰ ਇਹ ਆਪਾਂ ਨੂੰ ਜਿਉਣ ਦੀ ਜੁਗਤ ਦੱਸੀ, ਢੰਗ ਵੀ ਆਪਦਾ ਸਿਮਰਨ ਕਰੋ। ਤੇ ਜਦੋਂ ਤੁਸੀਂ ਕਿਸੇ ਨਾਲ ਵਿਚਾਰ ਕਰਨੀ, ਤੁਸੀਂ ਗੁਣਾਂ ਦੀ ਸਾਂਝ ਪਾਓ, ਔਗਣਾਂ ਦੀ। ਮਾਰੇ ਕਹਿੰਦੇ ਸਾਂਝ ਕੀਜੇ ਗੁਣਾ ਕੇਰੀ, ਛੋੜ ਔਗਣ ਚੱਲੀਏ। ਵੀ ਔਗਣਾਂ ਨੂੰ ਛੱਡਣਾ, ਅਸੀਂ ਤਾਂ ਗੁਣਾਂ ਦੀ ਸਾਂਝ ਪਾਉਣੀ, ਔਗਣਾਂ ਦੀ ਥੋੜ੍ਹੀ ਪਾਉਣੀ। ਸੋ ਇਸ ਵਾਸਤੇ ਫਿਰ ਨਾਲ ਨਾਲ ਇਹ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨਾ, ਤਾਂ ਕਿ ਸਾਨੂੰ ਇਹ ਗਿਆਨ ਦ੍ਰਿੜ ਹੋ ਜੇ, ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ ਨਾ। ਜਦੋਂ ਸਾਨੂੰ ਭੁੱਲਦਾ ਫਿਰ ਹੀ ਅਸੀਂ ਵੈਰ ਵਿਰੋਧ 'ਚ ਜਾਂਦੇ, ਫਿਰ ਹੀ ਅਸੀਂ ਨਿੰਦਿਆ ਕਰਦੇ ਜਾਂ ਸੁਣਦੇ ਹਾਂ, ਫਿਰ ਹੀ ਅਸੀਂ ਔਗਣ ਫਰੋਲਦੇ ਜਦੋਂ ਸਾਨੂੰ ਗਿਆਨ ਭੁੱਲ ਜਾਂਦਾ। ਜੇ ਸਾਨੂੰ ਦ੍ਰਿੜ ਹੋਵੇ ਤੇ ਫਿਰ ਸਾਡਾ ਮਨ ਉੱਧਰ ਜਾਂਦਾ ਹੀ ਨਹੀਂ। ਇਸ ਵਾਸਤੇ ਫਿਰ ਇਹ ਆਪਾਂ ਦ੍ਰਿੜ ਕਰਦੇ ਹਾਂ, ਤਾਂ ਸਤਸੰਗਤ ਕਰਦੇ ਵੀ ਸਾਡੇ ਅੰਦਰ ਵਸ ਜੀ, ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ। ਤੇ ਉਹੀਓ ਗਿਆਨ ਫਿਰ ਆਪਾਂ ਨੂੰ ਇਹ ਵਾਰ-ਵਾਰ ਦ੍ਰਿੜ ਕਰਾਇਆ ਮਹਾਂਪੁਰਖਾਂ ਨੇ, ਭਾਈ ਸੇਵਾ ਸਿੰਘ ਜੀ ਧਰਮਵਾਲਾ। ਉਸੇ ਗਿਆਨ ਨੂੰ ਆਪਾਂ ਇਹ ਵਾਰ-ਵਾਰ ਦ੍ਰਿੜ ਕਰਦੇ ਹਾਂ ਵੀ ਸਾਡੇ ਮਨਾਂ 'ਚ, ਸਾਡੇ ਹਿਰਦਿਆਂ 'ਚ ਵਸ।
ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।